ਹਾਂਜੀ ਬੇਟਾ। ਗਾਜਰੀ ਪੱਗ ਬੰਨੀ ਫਿਰਦਾ ਰਹਿੰਦਾ। ਉਸਦੇ ਹੱਥਾਂ ਵਿੱਚ ਤੇਲ ਨਾਲ ਲਿਸ਼ਕਦੀ ਸੰਮਾਂ ਵਾਲੀ ਡਾਂਗ ਹੁੰਦੀ। ਚਾਰ ਵੇਲੀ ਪੈਸੇ ਵਾਲਾ ਆਦਮੀ ਕਹਿ ਕੇ ਉਸ ਤੋਂ ਖਾਂਦੇ ਰਹਿੰਦੇ। ਭਾਵ ਉਹਦੇ ਜਿਹੜੇ ਦੋਸਤ ਸੀ ਉਹਨੂੰ ਕਹਿੰਦੇ ਰਹਿੰਦੇ ਵੀ ਤੇਰੇ ਕੋਲ ਤਾਂ ਪੈਸੇ ਵਾਲਾ, ਤੂੰ ਤਾਂ ਅਮੀਰ ਬੰਦਾ, ਤੂੰ ਐਂ ਕਰ, ਆਹ ਲਿਆ, ਆਹ ਲਿਆ, ਇਸ ਤਰ੍ਹਾਂ ਕਰਕੇ ਉਹਦੇ ਤੋਂ ਖਾਂਦੇ ਰਹਿੰਦੇ ਸੀ। ਅਮਰੀਕ ਨੂੰ ਯਾਦ ਸੀ ਉਸਦੇ ਪਿਓ ਦੇ ਨਿੱਕੇ ਕਈ ਸ਼ੁਗਲ ਪਾਲ ਰੱਖੇ ਸਨ। ਕਹਿੰਦੇ ਉਹਦੇ ਪਿਓ ਨੇ ਕਈ ਨਿੱਕੇ ਸ਼ੌਂਕ ਪਾਲ ਰੱਖੇ ਸਨ। ਸ਼ੁਗਲ ਦਾ ਮਤਲਬ ਸ਼ੌਂਕ। ਛਾਲਾਂ ਮਾਰਨ ਅਤੇ ਕੌਡੀ ਖੇਡਣ ਤੋਂ ਬਿਨਾਂ ਉਸਨੇ ਵਧੀਆ ਸ਼ਿਕਾਰੀ ਕੁੱਤੇ ਵੀ ਰੱਖੇ ਹੋਏ ਸਨ ਅਤੇ ਉਹ ਢਾਣੀਆਂ ਬੰਨ੍ਹ ਕੇ ਸ਼ਿਕਾਰ ਨੂੰ ਤੁਰਿਆ ਰਹਿੰਦਾ ਸੀ। ਉਹ ਕਹਿੰਦੇ ਸੀਗੇ ਕਿਸੇ ਵੀ ਸ਼ਿਕਾਰ ਕਰਨ ਵੀ ਆਉਂਦਾ ਸੀਗਾ। ਉਦੋਂ ਅਜੇ ਨਵੀਆਂ ਖਾਦਾਂ ਅਤੇ ਬੀਜ ਤੁਰੇ ਨਹੀਂ ਸਨ, ਇਸ ਲਈ ਕਰਤਾਰ ਸਿੰਘ ਨੂੰ ਜ਼ਮੀਨ ਖਰੀਦਣ ਦਾ ਕੋਈ ਲਾਲਚ ਨਹੀਂ ਸੀ, ਕਿਉਂਕਿ ਇਹ ਕੋਈ ਬਹੁਤੀ ਆਮਦਨ ਦਾ ਵਸੀਲਾ ਨਹੀਂ ਸੀ। ਉਦੋਂ ਕੀ ਸੀ, ਭਾਵ ਜ਼ਮੀਨ ਵਗੈਰਾ ਦੇ ਬੇਟਾ ਰੇਟ ਘੱਟ ਸੀਗੇ, ਇਸ ਤਰ੍ਹਾਂ ਕਰਕੇ ਉਹ ਕੀ ਸੀਗਾ, ਉਹਨੇ ਕੋਈ ਜ਼ਮੀਨ ਖਰੀਦਣ ਦਾ ਉਹਨੂੰ ਲਾਲਚ ਨਹੀਂ ਹੋਇਆ ਹੈਗਾ। ਸ਼ਾਇਦ ਉਂਝ ਵੀ ਉਹ ਬਹੁਤੀ ਆਮਦਨ ਕਮਾਉਣ ਵੱਲ ਉਸਦਾ ਰੁਝਾਨ ਨਹੀਂ ਸੀ। ਕਹਿੰਦੇ ਸ਼ਾਇਦ ਉਂਝ ਵੀ ਉਹਦਾ ਕੀ ਸੀ, ਧਿਆਨ ਹੈ ਹੀ ਨਹੀਂ ਸੀ ਕਮਾਈ ਕਰਨ ਬੰਨੀ। ਉਹਨੂੰ ਕੀ ਸੀਗਾ, ਬਸ ਵੀ ਮੈਂ ਆਪਦੇ ਕੀ ਆ ਐਸ਼ ਕਰਦਾ ਰਹਾਂ। ਇੰਝ ਪਿਓ ਵੱਲੋਂ ਭੇਜੇ ਪੈਸੇ ਉਹ ਗੁਲਸ਼ਰਿਆਂ ਵਿੱਚ ਉਡਾ ਦਿੰਦਾ ਸੀ। ਪਰ ਪਿੰਡ ਵਿੱਚ ਉਸਦੀ ਇੱਜ਼ਤ ਬਣੀ ਹੋਈ ਸੀ, ਵਧੀਆ ਖਿਡਾਰੀ ਹੋਣ ਕਰਕੇ, ਚਿੱਟੇ ਕੱਪੜਿਆਂ ਕਰਕੇ, ਪੈਸੇ ਵਾਲੇ ਦਾ ਪੁੱਤ ਕਰਕੇ ਅਤੇ ਚਾਰ ਬੰਦੇ ਡਾਂਗਾਂ ਫੜ ਕੇ ਤੁਰਨ ਵਾਲੇ ਦੇ ਨਾਲ ਹੋਣ ਕਰਕੇ। ਅਮਰੀਕ ਪਿਓ ਦੇ ਨਾਲ ਫਿਰਦਾ ਤਾਂ ਉਹਦੇ ਪਿਓ ਦੇ ਯਾਰ ਉਸਨੂੰ ਲਾਡ ਲੜਾਉਂਦੇ ਰਹਿੰਦੇ ਸਨ, ਤਾਂ ਉਹਦੇ ਦੋਸਤ ਕੀ ਸੀ, ਉਹਨੂੰ ਕੀ ਸੀ, ਲਾਡ ਕਰਦੇ ਸੀਗੇ, ਮਤਲਬ ਪਿਆਰ ਨਾਲ ਬੁਲਾਉਂਦੇ ਰਹਿੰਦੇ ਸੀਗੇ। ਅਮਰੀਕ ਦੀ ਦਾਦੀ ਕਰਤਾਰ ਸਿੰਘ ਨੂੰ ਇੰਝ ਢਾਣੀਆਂ ਵਿੱਚ ਫਿਰਨ ਤੋਂ ਵਰਜਦੀ ਰਹਿੰਦੀ ਸੀ, ਪਰ ਉਹ ਕਿਸ ਦੀ ਪਰਵਾਹ ਕਰਦਾ ਸੀ। ਉਹਦੀ ਦਾਦੀ ਉਹਨੂੰ ਰੋਕਦੀ ਸੀਗੀ ਵੀ ਤੂੰ ਨਾ ਜਾਇਆ ਕਰ ਭਾਈ, ਐਵੇਂ ਇਹਨਾਂ ਮੁੰਡਿਆਂ ਨਾਲ ਨਾ ਫਿਰਿਆ ਕਰ, ਪਰ ਕੀ ਸੀ, ਉਹ ਕਿਸ ਦੀ ਸੁਣਦਾ ਹੀ ਨਹੀਂ ਹੈਗਾ ਸੀ। ਪਤਨੀ ਦੀ ਤਾਂ ਜੁਰਤ ਹੀ ਨਹੀਂ ਸੀ ਉਸ ਅੱਗੇ ਉਬਾਸਰੇ ਮਤਲਬ ਕਿ ਕੋਈ ਗਿਲਾ ਸ਼ਿਕਵਾ ਕਰੇ ਜਾਂ ਕੋਈ ਦੁੱਖ ਤਕਲੀਫ ਦੱਸੇ ਉਹਨੂੰ, ਠੀਕ ਹੈ ਨਾ, ਜਾਂ ਉਹਨੂੰ ਕੁਛ ਕਵੇ। ਜਨਾਨੀਆਂ ਦਾ ਕੀ ਕੰਮ ਆ ਬੰਦਿਆਂ ਦੇ ਮਾਮਲੇ 'ਚ ਦਖਲ ਦੇਣ ਦਾ, ਉਸਦਾ ਇਹ ਵਿਚਾਰ ਸੀਗਾ। ਕੀ ਸੀਗਾ ਕਰਤਾਰ ਸਿੰਘ ਦਾ ਕੀ ਵਿਚਾਰ ਸੀਗਾ ਵੀ ਬੁੜੀਆਂ ਨੂੰ ਕੀ ਆ, ਘਰੇ ਕੰਮ ਕਰਨਾ ਚਾਹੀਦਾ, ਬੰਦਿਆਂ ਦੀ ਕਿਸੇ ਗੱਲ ਦੇ ਵਿੱਚ ਨਹੀਂ ਬੋਲਣਾ ਚਾਹੀਦਾ। ਅਤੇ ਇੰਝ ਦਿਨ ਗੁਜ਼ਰਦੇ ਜਾ ਰਹੇ ਸਨ। ਅਮਰੀਕ ਦਾ ਦਾਦਾ 2-4 ਸਾਲਾਂ ਬਾਅਦ ਕਿੱਧਰੇ ਆਉਂਦਾ ਸੀ। ਅਮਰੀਕ ਦੇ ਜੰਮਣ 'ਤੇ ਜਦੋਂ ਉਹ ਆਇਆ ਸੀ ਤਾਂ ਉਦੋਂ 2 ਕੋਠੜੀਆਂ ਅੱਗੇ ਸੋਫਾ ਅਤੇ ਅੱਗੇ ਬਰਾਂਡਾ ਛਤਵਾ ਕੇ ਉੱਪਰ ਚਵਾਰਾ ਪਵਾ ਗਿਆ ਸੀ। ਭਾਵ ਜਦੋਂ ਉਹ ਬਾਹਰੋਂ ਆਇਆ ਸੀ ਤਾਂ ਉਹ ਕਿਸੇ ਇੰਨਾ ਕੁ ਘਰ ਦਾ ਜਿਹੜਾ ਕੰਮ ਸੀ ਉਹ ਕਰਵਾ ਗਿਆ ਸੀ, ਮਕਾਨ ਬਣਵਾ ਗਿਆ ਸੀ। ਉਹ ਕਰਤਾਰ ਸਿੰਘ ਨੂੰ ਬਥੇਰਾ ਸਮਝਾਉਂਦਾ ਕਿ ਫਜ਼ੂਲ ਖਰਚੀ ਵਿੱਚ ਪੈਸਾ ਘੱਟ ਉਡਾਇਆ ਕਰੇ, ਕੋਈ ਜ਼ਮੀਨ ਹੋਰ ਖਰੀਦ ਲਵੇ, ਉਹਨੂੰ ਸਮਝਾਉਂਦਾ ਸੀ ਮਤਲਬ। ਪਰ ਉਹ ਦੱਸਦਾ ਕਿਵੇਂ ਉਹ ਰੋਟੀ ਤੋਂ ਆਤਰ ਹੋ ਕੇ ਕਰਜ਼ੇ ਹੇਠਾਂ ਦੱਬੇ ਜਾਣ 'ਤੇ ਜ਼ਮੀਨ ਗਹਿਣੇ ਪੈ ਜਾਣ 'ਤੇ ਘਰੋਂ ਨਿਕਲਿਆ ਸੀ। ਮਤਲਬ ਉਹਦਾ ਪਿਓ ਵੀ ਕਰਤਾਰ ਸਿੰਘ ਦਾ ਪਿਓ ਕਰਤਾਰ ਸਿੰਘ ਨੂੰ ਦੱਸਦਾ ਹੁੰਦਾ ਸੀ ਵੀ ਕਿਸ ਤਰ੍ਹਾਂ ਮੈਂ ਜਿਹੜਾ ਬਾਹਰਲੇ ਦੇਸ਼ ਗਿਆ ਤਾਂ ਉਹ ਕਿਉਂ ਗਿਆ, ਵੀ ਕਿਵੇਂ ਵੀ ਕਮਾਈ ਹੈ ਨਹੀਂ ਸੀਗੀ, ਸਾਰਾ ਮਤਲਬ ਰੋਟੀ ਤੋਂ ਭੁੱਖੇ ਰਹਿੰਦੇ ਸੀ, ਰੋਟੀ ਨਹੀਂ ਸੀ ਮਿਲਦੀ, ਤਾਂ ਫਿਰ ਜ਼ਮੀਨ ਵੀ ਗਹਿਣੇ ਹੋ ਗਈ ਸੀ, ਫਿਰ ਉਹ ਘਰੋਂ ਬਾਹਰ ਨਿਕਲਿਆ ਸੀ, ਭਾਵ ਬਾਹਰਲੇ ਦੇਸ਼ ਗਿਆ ਸੀ। ਅਤੇ ਕਿਵੇਂ ਉਸਨੇ ਹੌਲੀ ਗਹਿਣੇ ਪਈ ਸਾਰੀ ਪੈਲੀ ਛੁਡਵਾਈ ਸੀਗੀ, ਅਤੇ ਕਿਵੇਂ ਉਹਨੇ ਉੱਥੇ ਕੰਮ ਕਰਕੇ ਭੁੱਖਾ ਧਿਆਇਆ ਰਹਿ ਕੇ ਆਪਦੀ ਜਿਹੜੀ ਪੈਲੀ ਉਹ ਛੁਡਵਾਈ ਸੀ। ਉਹ ਬਾਹਰਲੇ ਮੁਲਕ ਵਿੱਚ ਕੰਮ ਦੀ ਕਦਰ ਬਾਰੇ ਵਿਚਾਰ ਦਿੰਦਾ, ਜਿੱਥੇ ਨਿੱਕੇ ਤੋਂ ਨਿੱਕੇ ਕੰਮ ਕਰਨ ਵਿੱਚ ਕੋਈ ਨਮੋਸ਼ੀ ਨਹੀਂ ਸੀ ਸਮਝੀ ਜਾਂਦੀ। ਭਾਵ ਉੱਥੇ ਕਹਿੰਦੇ ਕੋਈ ਵੀ ਕੰਮ ਨੂੰ ਵੱਡਾ ਛੋਟਾ ਨਹੀਂ ਸੀ ਸਮਝਿਆ ਜਾਂਦਾ। ਨਮੋਸ਼ੀ ਮਤਲਬ ਬੇਸ਼ਰਮੀ, ਜਿਵੇਂ ਆਪਾਂ ਕਹਿੰਦੇ ਸ਼ਰਮ ਨਹੀਂ ਸੀ ਕਰਦੇ ਲੋਕ, ਕੋਈ ਵੀ ਕੰਮ ਹੁੰਦਾ ਉਹਨੂੰ ਕਰਨ ਦੇ ਵਿੱਚ ਖੁਸ਼ ਹੁੰਦੇ ਸੀਗੇ। ਜਿੱਥੇ ਫੋਕੀ ਫੂਫਾਂ ਦਾ ਕੋਈ ਅਰਥ ਨਹੀਂ ਸੀ, ਉੱਥੇ ਕਹਿੰਦੇ ਕੀ ਸੀ ਕਿ ਕੋਈ ਵੀ ਫੋਕੀ ਫੂਫਾਂ ਨਹੀਂ ਹੁੰਦੀ ਸੀਗੀ, ਅਤੇ ਉਹਦਾ ਕੋਈ ਮਤਲਬ ਨਹੀਂ ਸੀਗਾ ਵੀ ਕੋਈ ਕਿਸੇ ਕੋਲ ਵਾਧਾ ਕਿਸੇ ਕੋਲ ਘਾਟਾ, ਕੋਈ ਨਹੀਂ, ਸਿਰਫ ਕੰਮ ਤੱਕ ਮਤਲਬ ਸੀ। ਅਮਰੀਕ ਨੂੰ ਯਾਦ ਸੀ ਜਦੋਂ ਉਹਦਾ ਦਾਦਾ ਆਖਰੀ ਵਾਰ ਆਇਆ ਸੀ ਤਾਂ ਉਸਨੇ ਪਿਓ ਨੂੰ ਆਖਿਆ ਸੀ, ਉਹ ਕਰਤਾਰ ਸਿਆਂ, ਜਦੋਂ ਮੈਂ ਆਉਂਦਾ ਹਾਂ ਸੋਚਦਾ ਤੇਰੇ ਨਾਲ ਕੋਈ ਦਿਲ ਦੀ ਗੱਲ ਕਰਾਂ, ਪਰ ਤੂੰ ਕਿਤੇ ਵੇਲੇ ਸੋਫੀ ਹਾਲਤ ਵਿੱਚ ਹੋਵੇਂ ਤਾਂ ਹੈ ਨਾ। ਉਹ ਕੀ ਕਹਿੰਦਾ ਸੀ, ਮਤਲਬ ਉਹ ਗੱਲ ਕਰਨੀ ਚਾਹੁੰਦਾ ਸੀ ਕੋਈ, ਉਹ ਕਹਿੰਦਾ ਵੀ ਪਰ ਜੇ ਤੂੰ ਸੋਫੀ ਮਿਲੇ ਫੇਰ ਹੀ ਗੱਲ ਕਰੂੰਗਾ। ਅੱਗੋਂ ਕਰਤਾਰ ਸਿੰਘ ਕੀ ਜਵਾਬ ਦਿੰਦਾ ਸੀ, ਕਰ ਤੂੰ ਜਿਹੜੀ ਕਰਨੀ ਹੈ, ਕਹਿੰਦਾ ਵੀ ਤੂੰ ਗੱਲ ਕਹਿ ਕਿਹੜੀ ਕਹਿਣੀ ਹੈ, ਤੇਰੀ ਨਹੀਂ ਤਾਂ ਹੋਰ ਕਿਹਦੀ ਮੰਨਣੀ ਹੈ, ਵੀ ਤੇਰੀ ਨਹੀਂ ਮੰਨੂਗਾ ਤਾਂ ਮੈਂ ਹੋਰ ਕਿਹਦੀ ਮੰਨੂਗਾ। ਤੇਰੇ ਸਿਰ 'ਤੇ ਬਜ਼ੁਰਗ ਐਸ਼ਾਂ ਕਰਦੇ ਆ, ਵੀ ਆਪਦੇ ਪਿਓ ਨੂੰ ਕਹਿੰਦਾ ਸੀ ਬਜ਼ੁਰਗਾ ਤੇਰੇ ਸਿਰ 'ਤੇ ਮੈਂ ਕੀ ਹਾਂ ਐਸ਼ ਕਰਦਾ। ਪਰ ਕਰਤਾਰ ਸਿੰਘ ਨੇ ਨਾ ਹੀ ਮਕਾਨ ਕਲੀ ਕਰਵਾਏ, ਕਲੀ ਮਤਲਬ ਰੰਗ ਰੋਗਨ ਕਰਵਾਏ ਸੀ, ਅਤੇ ਨਾ ਹੀ ਜ਼ਮੀਨ ਖਰੀਦੀ। ਉਦੋਂ ਹੀ ਛੁੱਟੀ ਕੱਟ ਕੇ ਗਿਆ ਉਹਦਾ ਪਿਓ, ਤੀਸਰੇ ਚੌਥੇ ਮਹੀਨੇ ਚੜ੍ਹਾਈ ਕਰਕੇ ਮਤਲਬ ਤਾਂ ਡੈਥ ਹੋ ਗਈ ਉਹਦੀ, ਮਰ ਗਿਆ ਸੀ ਉਹ।
ਹੱਸਦੇ ਖੇਡਦੇ ਕਰਤਾਰ ਸਿੰਘ ਦੇ ਸਿੰਘਾਂ ਤੋਂ ਸਿਰ 'ਤੇ ਪੈ ਗਈ। ਜਿਵੇਂ ਆਪਾਂ ਇਹਦੇ ਸਟਾਰਟਿੰਗ 'ਚ ਦੇਖਿਆ ਸੀ ਨਾ, ਉਹ ਕਹਿੰਦੇ ਸੀ ਨਾ ਵੀ ਹਾਲੇ ਤੇਰੇ ਸਿੰਘਾਂ 'ਤੇ ਵੀ ਜੋ ਤੇਰੇ ਸਿਰ 'ਤੇ ਪਈ ਤੈਨੂੰ ਫਿਰ ਪੁੱਛਾਂਗੇ, ਉਹ ਚੀਜ਼ ਆ ਗਈ, ਮਤਲਬ ਕਿ ਸਿਰ 'ਤੇ ਪੈ ਗਈ। ਬਾਹਰੋਂ ਆਉਂਦਾ ਪੈਸਾ ਇੱਕਦਮ ਬੰਦ ਹੋ ਗਿਆ ਸੀ ਅਤੇ ਰਿਸ਼ਤੇਦਾਰਾਂ ਅਤੇ ਸੱਜਣਾ ਮਿੱਤਰਾਂ ਉਸ ਨੂੰ ਸਲਾਹ ਦਿੱਤੀ ਕਿ ਉਹ ਬੰਦਾ ਰੱਖ ਕੇ ਆਪ ਵਾਹੀ ਕਰਵਾਏ ਤਾਂ ਹੀ ਗੁਜ਼ਾਰਾ ਚੱਲੇਗਾ। ਵੀ ਭਾਵ ਕੀ ਸੀ, ਖੇਤੀ ਹੁਣ ਤੂੰ ਖੁਦ ਕਰ, ਵੀ ਹਿੱਸੇ ਠੇਕੇ 'ਤੇ ਨਾ ਦਿਆ ਕਰ। ਅਮਰੀਕ ਨੂੰ ਇਹ ਵੀ ਕੱਲ੍ਹ ਵਾਂਗ ਯਾਦ ਸੀ, ਉਸ ਦਾ ਪਿਓ ਅਤੇ ਮਾਮਾ ਬੀਕਾਨੇਰ ਵੱਲੋਂ ਬਲਦਾਂ ਦੀ ਇੱਕ ਵਧੀਆ ਜੋੜੀ ਖਰੀਦ ਕੇ ਲਿਆਏ ਸਨ। ਲਿਸ਼ ਕਰਦੇ ਚਿੱਟੇ ਦੁੱਧ ਪਿੰਡਿਆਂ ਵਾਲੇ ਬਲਦ ਜਦੋਂ ਅਮਰੀਕ ਦੇ ਨਾਨਕੇ ਜੁੱਪੇ ਸਨ ਤਾਂ ਉਹਨਾਂ ਦੀ ਜੋਗ ਜਿੱਤ ਕੇ ਮੁੜੀ ਸੀ। ਜੋਗ ਮਤਲਬ ਜੋੜੀ ਸੀ ਜਿਹੜੀ, ਉਹ ਜਿੱਤ ਕੇ ਮੁੜੀ ਸੀ। ਭਾਵੇਂ ਘਰ ਦੀ ਜ਼ਿੰਮੇਵਾਰੀ ਕਰਤਾਰ ਸਿੰਘ ਦੇ ਸਿਰ 'ਤੇ ਪੈ ਗਈ ਸੀ, ਪਰ ਫਿਰ ਵੀ ਉਹ ਆਪਣੇ ਕੱਪੜੇ ਚਿੱਟੇ ਦੁੱਧ ਧੋਤੇ ਰੱਖਦਾ ਸੀ। ਉਸਦੀ ਜੁੱਤੀ ਹਮੇਸ਼ਾ ਲਿਸ਼ਕਦੀ ਰਹਿੰਦੀ ਸੀ। ਬੰਦਾ ਰੱਖ ਕੇ ਵਾਹੀ ਕਰਵਾਉਂਦਾ, ਆਪ ਪੱਠੇ ਲਿਆ ਛੱਡਦਾ ਅਤੇ ਫਿਰ ਖੁੰਡਾਂ 'ਤੇ ਬਹਿ ਛੱਡਦਾ ਜਾਂ ਤਾਸ਼ ਖੇਡਦਾ ਰਹਿੰਦਾ। ਮਤਲਬ ਉਦੋਂ ਬਾਅਦ ਜਦੋਂ ਉਹਦੇ ਪਿਓ ਦੀ ਡੈਥ ਹੋ ਗਈ ਸੀ, ਉਸ ਤੋਂ ਬਾਅਦ ਉਹਨੇ ਕਿਵੇਂ ਕੀਤਾ ਸੀ, ਸੀਰੀ ਪਾਲੀ ਰੱਖ ਕੇ ਖੇਤੀ ਕਰਨ ਲੱਗ ਗਿਆ ਸੀ ਉਹ। ਪਰ ਫਿਰ ਕੀ ਸੀਗਾ, ਇਕੱਲੇ ਪੱਠੇ ਲਿਆਉਂਦਾ ਸੀ ਅਤੇ ਆਪ ਮਤਲਬ ਉਵੇਂ ਹੀ ਕੱਪੜੇ ਪਾਉਂਦਾ ਸੀ, ਉਵੇਂ ਹੀ ਸਾਰਾ ਕੁਛ ਰੱਖਦਾ ਸੀਗਾ। ਘਰ ਦੇ ਵੀ ਸਮਝਾਉਂਦੇ ਅਤੇ ਬਾਹਰ ਦੇ ਵੀ। ਵਾਹੀਆਂ ਮਿੱਟੀ ਨਾਲ ਮਿੱਟੀ ਹੋਈਆਂ ਹੁੰਦੀਆਂ ਨੇ। ਕਹਿੰਦੇ ਵੀ ਜਿਹੜੀ ਵਾਹੀਆਂ ਖੇਤੀ ਆ ਉਹ ਮਿੱਟੀ ਨਾਲ ਮਿੱਟੀ ਹੋ ਕੇ ਹੁੰਦੀਆਂ ਨੇ, ਵੀ ਐਂ ਚਿੱਟੇ ਕੱਪੜੇ ਪਾ ਕੇ ਅਤੇ ਦੂਜਿਆਂ ਦੇ ਸਹਾਰੇ ਨਹੀਂ ਹੁੰਦੀਆਂ। ਬਗਾਨੇ ਪੁੱਤ ਸਿਰ 'ਤੇ ਹੋਇਆਂ ਬਿਨਾਂ ਕੰਮ ਨਹੀਂ ਕਰਦੇ। ਭਾਵ ਜਿਹੜਾ ਬੰਦਾ ਆਪਾਂ ਰੱਖਦੇ ਹਾਂ ਉਹ ਕੀ ਆ, ਜਿੰਨੇ ਚਿਰ ਆਪਾਂ ਉਹਨਾਂ ਦੇ ਕੋਲੇ ਨਹੀਂ ਖੜਦੇ ਉਹਨਾਂ ਚਿਰ ਉਹ ਕੀ ਆ, ਕੋਈ ਕੰਮ ਨਹੀਂ ਕਰਦੇ। ਇੰਜ ਝੱਟ ਨਹੀਂ ਸਰਨਾ, ਵੀ ਇਸ ਤਰ੍ਹਾਂ ਟਲ ਕੇ ਨਹੀਂ ਸਰਦਾ ਹੈਗਾ। ਅਮਰੀਕ ਦੀ ਦਾਦੀ ਰਾਤ ਨੂੰ ਦੇਰ ਤੱਕ ਨਾ ਆਉਣ 'ਤੇ ਬਾਹਰ ਢਾਣੀਆਂ 'ਚ ਬੈਠੇ ਰਹਿਣ ਕਰਕੇ ਕਰਤਾਰ ਸਿੰਘ 'ਤੇ ਔਖੀ ਹੁੰਦੀ। ਨਰਛਿਆਂ ਬੰਦਿਆਂ ਵਾਲੇ ਚਾਲੇ ਫੜ, ਧੀਆਂ ਪੁੱਤਾਂ ਵਾਲਾ ਹੋ ਗਿਆ, ਕੰਮ ਕੀਤਿਆਂ ਬਿਨਾਂ ਨਹੀਂ ਫੈਲਸੂਫੀਆਂ ਪੁੱਗਣੀਆਂ। ਇਹ ਕੀ ਕਹਿੰਦੀ ਸੀ, ਮਤਲਬ ਕਹਿੰਦੀ ਵੀ ਹੁਣ ਤੂੰ ਧੀਆਂ ਪੁੱਤਾਂ ਵਾਲਾ ਹੋ ਗਿਆ, ਵੀ ਤੂੰ ਕੰਮ ਕਰ, ਵੀ ਬਿਨਾਂ ਕੰਮ ਕਰਿਆ ਜਿਹੜੇ ਤੇਰੇ ਇਹ ਸ਼ੌਂਕ ਨੇ ਜਾਂ ਜਿਹੜੀ ਤੇਰੀਆਂ ਇਹ ਮਤਲਬ ਕਿ ਐਸ਼ ਪ੍ਰਸਤੀ ਉਹ ਨਹੀਂ ਹੋਣੀ, ਪੁੱਗ ਜਾਣਗੀਆਂ ਬੁੜੀਏ, ਆਪੇ ਪੁੱਗ ਜਾਣਗੀਆਂ, ਤੂੰ ਚਿੰਤਾ ਨਾ ਕਰ। ਅਤੇ ਉਹ ਅਮਰੀਕ ਦੀ ਮਾਂ ਨੂੰ ਰੋਟੀ ਦੇਣ ਲਈ ਆਖਦਾ, ਜੋ ਕਿੰਨੇ ਚਿਰ ਦੀ ਚੌਂਕੇ ਵਿੱਚ ਬੈਠੀ ਉਸ ਨੂੰ ਉਡੀਕ ਰਹੀ ਹੁੰਦੀ। ਕੀ ਸੀ, ਉਹ ਕਹਿੰਦਾ ਸੀ ਵੀ ਬੀਬੀ ਪੁੱਗ ਜਾਣੀ ਹੈ, ਤੂੰ ਬੁੜੀਆਂ ਐਵੇਂ ਨਾ ਬੋਲ, ਕਹਿ ਦਿੰਦਾ ਸੀ ਤੂੰ ਕੁੜੀਏ ਇਹਨੂੰ ਆਪ ਨਹੀਂ ਵਰਜਦੀ। ਮਤਲਬ ਉਹਦੀ ਦਾਦੀ ਕੀ ਸੀ, ਫਿਰ ਉਹਦੇ ਘਰ ਵਾਲੀ ਨੂੰ ਕਹਿੰਦੀ, ਕਰਤਾਰ ਸਿੰਘ ਦੀ ਅਮਰੀਕ ਦੀ ਮਾਂ ਨੂੰ, ਪ੍ਰਸ਼ਾਦੇ ਗਰਮ ਕਰ ਕਰਕੇ ਖਪਾਉਣੀ ਹੈ, ਇਹ ਵਿਗੜੇ ਕਿਉਂ ਨਾ, ਜਦੋਂ ਆਵੇ ਠੰਡਾ ਤੋਸਾ ਮੱਥੇ ਮਾਰਿਆ ਕਰ ਸੂ, ਵੇਖ ਲਈ ਨਹੀਂ ਤੇ ਔਖੀ ਹੋਏਗੀ, ਬਜ਼ੁਰਗ ਮਾਂ ਆਖਦੀ ਉਹਨੂੰ ਸਮਝਾਉਂਦੀ ਸੀ। ਅਤੇ ਠੀਕ ਹੀ ਉਸਦੀ ਮਾਂ ਬੜੀ ਔਖੀ ਹੋਈ ਸੀ, ਅਤੇ ਵੀ ਉਹ ਕਹਿੰਦਾ ਵਾਕਈ ਔਖੀ ਹੋਈ ਸੀ ਮੇਰੀ ਮਾਂ, ਜਿਹੜੀ ਨੇ ਪਹਿਲਾਂ ਨਹੀਂ ਰੋਕਿਆ। ਅਮਰੀਕ ਦੇ ਬਾਲ ਮਨ 'ਤੇ ਉਹ ਰਾਤ ਉਕਰੀ ਹੋਈ ਸੀ। ਉਕਰੀ ਹੋ ਮਤਲਬ ਕੀ ਸੀ, ਜਿਵੇਂ ਆਪਾਂ ਕਹਿੰਦੇ ਹਾਂ ਲਿਖੀ ਹੋਈ ਸੀ, ਅੰਕਿਤ ਹੋਈ ਸੀ, ਲਿਖੀ ਹੋਈ ਸੀ, ਭਾਵ ਯਾਦ ਸੀ ਉਹਨੂੰ। ਜਦੋਂ ਉਹ ਗੁਆਂਢੀਆਂ ਦੀ ਕੁੜੀ ਬੀਰੋ ਕੋਲੋਂ ਬਾਤਾਂ ਸੁਣ ਰਿਹਾ ਸੀ ਤਾਂ ਉਹਦੇ ਘਰ ਚੀਕ ਚਿਹਾੜਾ ਮੱਚ ਗਿਆ ਸੀ। ਬੀਰੋ ਭੁੜਕ ਕੇ ਮੰਜੇ ਤੋਂ ਉੱਠੀ ਅਤੇ ਉਹਦੇ ਪਿੱਛੇ ਹੀ ਅਮਰੀਕ ਦੌੜ ਗਿਆ। ਘਰ ਵਿੱਚ ਕੋਹਰਾਮ ਮੱਚਿਆ ਹੋਇਆ ਸੀ, ਨਿਆਣੇ ਰੋ ਰਹੇ ਸਨ। ਕਰਤਾਰ ਸਿੰਘ ਹੱਥ ਵਿੱਚ ਕੱਪੜੇ ਧੋਣ ਵਾਲੀ ਥਾਪੀ ਲਈ ਬੋਟੀ ਨੂੰ ਕੁੱਟੀ ਜਾ ਰਿਹਾ ਸੀ। ਉਸਨੇ ਰੱਜ ਕੇ ਸ਼ਰਾਬ ਪੀਤੀ ਹੋਈ ਸੀ ਅਤੇ ਬਿਨਾਂ ਕੋਈ ਗੱਲ ਕੀਤਿਆਂ ਤੈਂ ਜੜੀ ਜਾ ਰਿਹਾ ਸੀ, ਭਾਵ ਉਹਦੀ ਮਾਂ ਨੂੰ ਕੀ ਕੁੱਟ ਰਿਹਾ ਸੀ। ਆਂਢੀ ਗੁਆਂਢੀ ਇਕੱਠੇ ਹੋ ਗਏ, ਉਹਨਾਂ ਮਸਾਂ ਰੋਂਦੀ ਹੋਈ ਜੰਗੀਰ ਕੌਰ ਨੂੰ ਬਚਾਇਆ ਅਤੇ ਕਰਤਾਰ ਸਿੰਘ ਨੂੰ ਢੂਹ ਕੇ ਡੰਗਰਾਂ ਕੋਲ ਬਾਹਰ ਉਸਦੀ ਮੰਜੀ 'ਤੇ ਲੈ ਗਏ। ਰੋਂਦੀ ਹੋਈ ਜੰਗੀਰ ਕੌਰ ਕਹਿ ਰਹੀ ਸੀ, ਦੱਸੋ ਮੈਂ ਕੀ ਕਸੂਰ ਕੀਤਾ, ਮੈਂ ਇਹੋ ਆਖਿਆ ਭਈ ਭਲਿਆ ਮਾਨਸਾ, ਉੱਤੋਂ 100 ਖਰਚ ਪਏ ਆ ਅਤੇ ਤੂੰ ਸ਼ਰਾਬ ਪੀਂਦਾ ਫਿਰਦਾ ਹੈ। ਜਦੋਂ ਪੁੱਗਦੀ ਸੀ ਪੀ ਲਈ, ਹੁਣ ਨਹੀਂ ਸਾਥੋਂ ਪੁੱਗਦੀ, ਨਾ ਆ ਵੇਖਿਆ ਨਾ ਤਾਂ ਵੇਖਿਆ, ਮੇਰੀਆਂ ਮੋਹਰਾਂ ਸੇਕਦੀਆਂ, ਭਾਵੇਂ ਵੀ ਮੈਨੂੰ ਬਹੁਤ ਕੁੱਟਿਆ, ਮੋਹਰਾਂ ਸੇਕਤੀਆਂ, ਮੋਹਰਾਂ ਮਤਲਬ ਮੋਢੇ ਸੇਕਤੇ। ਕੋਈ ਨਹੀਂ ਹੌਸਲਾ ਕਰ, ਖਬਰੇ ਕੀ ਹੋਇਆ, ਸਿਆਣਾ ਬਿਆਣਾ ਸੀ, ਇਹ ਤਾਂ ਕਦੀ ਨਹੀਂ ਅੱਗੇ ਕੀਤਾ। ਕਹਿੰਦਾ ਵੀ ਐਵੇਂ ਅੱਗੇ ਕਦੇ ਨਹੀਂ ਮਾਰਿਆ ਹੈਗਾ। ਕਹਿੰਦੀਆਂ ਜਨਾਨੀਆਂ ਤੁਰ ਗਈਆਂ। ਕਰਤਾਰ ਸਿੰਘ ਬਿਨਾਂ ਰੋਟੀ ਖਾਧਿਆਂ ਹੀ ਸੌਂ ਗਿਆ। ਭਾਂਡਾ ਟਿੰਡਾ ਸਾਂਭ ਕੇ ਅਤੇ ਕੁੜੀਆਂ ਨੂੰ ਲੰਮਿਆਂ ਪਾ ਕੇ ਜੰਗੀਰ ਕੌਰ ਦਵਾਖੇ 'ਚ ਜਗਦਾ ਦੀਵਾ ਬੁਝਾਉਣ ਲੱਗੀ। ਦਵਾਖੇ ਮਤਲਬ ਜਿਹੜਾ ਦੀਵਾ ਰੱਖਣ ਲਈ ਜਿਹੜਾ ਆਲਾ ਜਿਹਾ ਬਣਾਇਆ ਹੁੰਦਾ ਉਹ। ਤਾਂ ਉਸਨੂੰ ਨਿੰਮੋਚਨ ਚੌਂਕੇ 'ਚ ਬੈਠੇ ਅਮਰੀਕ ਨੂੰ ਉੱਠ ਕੇ ਮੰਜੇ 'ਤੇ ਪੈਣ ਲਈ ਕਿਹਾ। ਉਹ ਉੱਠਿਆ ਨਾ। ਜੰਗੀਰ ਕੌਰ ਨੇ ਉਸ ਨੂੰ ਬਾਹੋਂ ਫੜ ਕੇ ਉਠਾਇਆ। ਉੱਠ ਮੇਰਾ ਬੀਬਾ ਪੁੱਤ, ਤੂੰ ਕਿਉਂ? ਅਤੇ ਉਹ ਫਿੱਸ ਪਈ। ਉਹ ਡੂੰਘਾ ਹੌਂਕਾ ਭਰਿਆ, ਫਿੱਸ ਪਈ ਮਤਲਬ ਰੋ ਪਈ, ਅਤੇ ਉਹਨੇ ਕੀ ਸੀ ਮਤਲਬ ਡੂੰਘਾ ਸਾਹ ਲਿਆ ਜਾਂ ਹੌਂਕਾ ਭਰਿਆ।